अस्सलाम वालेकुम दोस्तों ते मित्रों की हाल है ਤੁਹਾਡਾ ਅੱਜ ਅਸੀਂ ਜਿਹੜਾ ਵਾਕਿਆ ਤੁਹਾਡੇ ਅੱਗੇ ਰੱਖ ਰਹੇ ਹਾਂ ਉਹ ਇੱਕ ਡੀਐਸਪੀ ਸਾਹਿਬ ਨੇ ਉਹਨਾਂ ਦੀ ਇੱਕ ਬੇਗਮ ਵੀ ਤੇ ਉਹਨਾਂ ਦੀ ਬੇਟੀ ਵੀ ਜਿਹੜੀ ਗਾਇਬ ਹੋ ਗਈ ਹੈ ਪਰਚਾ ਵੀ ਡੀਐਸਪੀ ਨੇ ਦਰਜ ਕਰਾ ਦਿੱਤਾ ਲੇਕਿਨ ਉਹਦੇ ਚ ਨਵੀਆਂ ਚੀਜ਼ਾਂ ਕਈ ਸਾਹਮਣੇ ਆ ਗਈਆਂ ਡੀਐਸਪੀ ਦੀ ਸਾਲੀ ਸਾਹਿਬਾ ਦਾ ਕਹਿਣਾ ਹੈ ਉਹਨਾਂ ਦਾ ਨਾਮ ਹੈ ਤਹਮੀਨਾ ਸ਼ੌਕਤ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਡੀਐਸਪੀ ਸਾਹਿਬ ਨੇ ਇਹ ਬੜੇ ਅਰਸੇ ਤੋਂ ਜਿਹੜਾ ਨਾ ਉਹ ਮੇਰੀ ਭੈਣ ਨੂੰ ਤਸ਼ੱਦਦ ਦਾ ਨਿਸ਼ਾਨਾ ਵੀ ਬਣਾ ਰਹੇ ਸਨ ਜਦੋਂ ਇਹਨਾਂ ਦੀ ਬੱਚੀ ਵਿੱਚ ਆਂਦੀ ਸੀ ਛੁਡਾਉਣ ਤੇ ਉਹ ਬੱਚੀ ਨੂੰ ਨੁਕਸਾਨ ਪਹੁੰਚਾਉਂਦੇ ਸਨ ਜਾਂ ਉਹਨੂੰ ਵੀ ਤਸ਼ੱਦਦ ਦਾ ਨਿਸ਼ਾਨਾ ਬਣਾਉਂਦੇ ਸਨ ਤੇ ਇਹਨਾਂ ਦੀ ਸਾਲੀ ਜਿਹੜੀ ਤਹਮੀਨਾ ਸ਼ੌਕਤ ਉਹਨੇ ਇਲਜ਼ਾਮ ਵੀ ਲਗਾਇਆ ਹੈ ਕਿ ਡੀਐਸਪੀ ਨੇ ਆਪਣੀ ਜਿਹੜੀ ਅਹਲੀਆ ਹੈ ਜਿਨ੍ਹਾਂ ਦਾ ਨਾਮ ਸਮਈਆ ਉਸਮਾਨ ਹੈ ਉਹਨੂੰ ਕਤਲ ਕਰਕੇ ਤੇ ਉਹਦੀ ਡੈਡ ਬਾਡੀ ਛੁਪਾ ਦਿੱਤੀ ਹੈ ਤੇ ਜਿਹੜੀ ਇਹਨਾਂ ਦੀ ਬੇਟੀ ਹੈ ਖੰਸਾ ਉਸਮਾਨ ਉਹਨੂੰ ਕਿਤੇ ਛੁਪਾ ਦਿੱਤਾ ਤਾਂ ਕਿ ਬੇਟੀ ਜਿਹੜੀ ਹੈ ਨਾ ਉਹ ਆਪਣੀ ਵਾਲਦਾ ਦੇ ਉਸ ਗੁੰਮਸ਼ੁਦਗੀ ਜਾਂ ਹਲਾਕਤ ਦੇ ਹਵਾਲੇ ਨਾਲ ਕੋਈ ਬਿਆਨ ਨਾ ਦੇ ਦੇ ਉਹਨੇ ਸਾਰਾ ਮਾਮਲਾ ਕੀ ਅਸੀਂ ਤੁਹਾਨੂੰ ਤਫਸੀਲ ਦੇ ਨਾਲ ਦੱਸਦੇ ਹਾਂ ਡੀਐਸਪੀ ਸਾਹਿਬ ਦਾ ਕਹਿਣਾ ਹੈ ਕਿ ਇਹ ਵਕੂਆ ਜਿਹੜਾ ਹੈ ਇਹ 27 ਸਤੰਬਰ 2025 ਨੂੰ ਹੋਇਆ ਸੀ ਐਫਆਈਆਰ ਜਿਹੜੀ ਹੈ ਇਹ ਕਰਾਈ ਗਈ 18/10/2025 ਨੂੰ ਥਾਣਾ ਬਰਕੀ ਤੇ ਜਿਹੜੀ ਡੀਐਸਪੀ ਉਸਮਾਨ ਹੈਦਰ ਗੁੱਜਰ ਸਾਹਿਬ ਨੇ ਜਿਹੜੀ ਐਫਆਈਆਰ ਦਰਜ ਕਰਾਈ ਹੈ ਉਹਦਾ ਜੁਰਮ ਜਿਹੜਾ ਹੈ 365 ਲਗਾਇਆ ਗਿਆ ਗਵਾਹ ਦਾ ਅੱਛਾ ਉਹਦੇ ਚ ਉਹ ਇਹ ਲਿਖਿਆ ਹੋਇਆ ਐਫਆਈਆਰ ਨੂੰ ਕਿ ਵਕੂਏ ਤੋਂ 20-21 ਰੋਜ਼ ਬਾਅਦ ਡੀਐਸਪੀ ਸਾਹਿਬ ਨੂੰ ਯਾਦ ਆਇਆ ਕਿ ਇਹਦਾ ਐਫਆਈਆਰ ਵੀ ਦਰਜ ਹੋਣੀ ਚਾਹੀਦੀ ਹੈ ਤੇ ਐਫਆਈਆਰ ਦੇ ਚ ਲਿਖਾਇਆ ਕਿ ਜਦੋਂ ਮੈਂ ਆਪਣੀ ਡਿਊਟੀ ਤੋਂ ਵਾਪਸ ਆਇਆ ਘਰ ਨੂੰ ਤਾਲਾ ਲੱਗਾ ਹੋਇਆ ਸੀ ਤੇ ਮੇਰੀ ਬੇਟੀ ਤੇ ਮੇਰੀ ਜਿਹੜੀ ਅਹਲੀਆ ਸੀ ਉਹ ਘਰ ਮੌਜੂਦ ਨਹੀਂ ਸਨ ਅੱਛਾ ਉਹ ਜਿਹੜੇ ਤਫਤੀਸ਼ੀ ਅਫਸਰਾਨ ਨੇ ਉਹਨਾਂ ਨੇ ਡੀਐਸਪੀ ਸਾਹਿਬ ਨੂੰ ਇਹ ਵੀ ਪੁੱਛਿਆ ਕਿ ਕਿਆ ਤੁਸੀਂ 20 ਦਿਨ ਤੱਕ ਜਾਂ 21 ਦਿਨ ਤੱਕ ਜਿਹੜਾ ਨਾ ਆਪਣੀ ਡਿਊਟੀ ਤੇ ਰਹੇ ਹੋ ਤੇ 21 ਦਿਨ ਬਾਅਦ ਆਪਣੇ ਘਰ ਆਏ ਹੋ ਕਿ ਤੁਹਾਨੂੰ 21 ਦਿਨ ਜਿਹੜਾ ਨਾ ਉਹ ਆਪਣੀ ਬੱਚੀ ਦਾ ਕੋਈ ਜਾਂ ਬੀਵੀ ਦਾ ਕੋਈ ਖਿਆਲ ਹੀ ਨਹੀਂ ਆਇਆ ਇਹਦਾ ਕੋਈ ਸਜੇ ਜ਼ਿਕਰ ਉਹ ਕਲੀਅਰ ਜਵਾਬ ਨਹੀਂ ਦੇ ਸਕੇ ਅੱਛਾ ਇਹ ਤੇ ਵਾਕਿਆ ਜਿਹੜਾ ਨਾ ਡੀਐਸਪੀ ਸਾਹਿਬ ਨੇ ਦਰਜ ਕਰਾਇਆ ਜਿਹੜੀ ਇਹਨਾਂ ਦੀ ਸਾਲੀ ਹੈ ਨਾ ਤਹਮੀਨਾ ਸ਼ੌਕਤ ਉਹਨਾਂ ਨੇ ਤੇ ਬਿਲਕੁਲ ਅਲੱਗਾ ਹੀ ਕਹਾਣੀ ਸੁਣਾਈ ਹੈ ਉਹਨਾਂ ਨੇ ਵਜ਼ੀਰ ਆਲਾ ਪੰਜਾਬ ਮਰੀਮ ਨਵਾਜ਼ ਨੂੰ ਆਪਣੀ ਦਰਖਾਸਤ ਦਿੱਤੀ ਹੈ ਤੇ ਦਰਖਾਸਤ ਹੀ ਵਾਜ਼ਿਹ ਤੌਰ ਤੇ ਲਿਖਿਆ ਹੈ ਕਿ ਜਿਹੜਾ ਇਹ ਡੀਐਸਪੀ ਸਾਹਿਬ ਨੇ ਇਹ ਉਹਨਾਂ ਦੀ ਭੈਣ ਜਿਹੜੀ ਹੈ ਉਹਨੂੰ ਤਸ਼ੱਦਦ ਦਾ ਨਿਸ਼ਾਨਾ ਬਣਾਉਂਦੇ ਰਹਿੰਦੇ ਸਨ ਜਦੋਂ ਇਹਨਾਂ ਦੀ ਬੱਚੀ ਉਹ ਛੁਡਾਉਣ ਆਉਂਦੀ ਸੀ ਤੇ ਉਹਨੂੰ ਬੱਚੀ ਨੂੰ ਤਸ਼ੱਦਦ ਦਾ ਨਿਸ਼ਾਨਾ ਬਣਾਉਂਦੇ ਸੀ ਤੇ ਹੁਣ ਇਹਨਾਂ ਦੀ ਸਾਲੀ ਨੇ ਆਪਣੀ ਦਰਖਾਸਤ ਲਿਖਿਆ ਕਿ ਉਹਨੂੰ ਸ਼ੱਕ ਹੈ ਡੀਐਸਪੀ ਸਾਹਿਬ ਨੇ ਆਪਣੀ ਅਹਲੀਆ ਸਮਈਆ ਉਸਮਾਨ ਨੂੰ ਮਾਰ ਦਿੱਤਾ ਤੇ ਉਹਨਾਂ ਦੀ ਆਪਣੀ ਜਿਹੜੀ ਬੇਟੀ ਹੈ ਖੰਸਾ ਉਸਮਾਨ ਉਹਨੂੰ ਕਿਤੇ ਛੁਪਾ ਦਿੱਤਾ ਉਹ ਛੁਪਾਇਆ ਇਸ ਲਈ ਤਾਂ ਕਿ ਉਹ ਕੋਈ ਬਿਆਨ ਨਾ ਦੇ ਦੇ ਕਿ ਉਹਦੀ ਵਾਲਦਾ ਦੇ ਨਾਲ ਕੀ ਹੋਇਆ ਅੱਛਾ ਜਿਹੜੀ ਇਹਨਾਂ ਦੀ ਸਾਲੀ ਹੈ ਨਾ ਤਹਮੀਨਾ ਸ਼ੌਕਤ ਉਹਨੇ ਕੁਝ ਹੋਰ ਗੱਲਾਂ ਵੀ ਕੀਤੀਆਂ ਉਹਨਾਂ ਦਾ ਕਹਿਣਾ ਹੈ ਕਿ ਇਹ ਵਕੂਆ ਤੋਂ ਕੁਝ ਦਿਨ ਪਹਿਲੇ ਉਹਨਾਂ ਦੀ ਬੇਟੀ ਜਿਹੜੀ ਸੀ ਉਹਨੇ ਜਾਣਾ ਸੀ ਬੈਰੂਨ ਮੁਲਕ ਤੋਂ 에ਅਰਪੋਰਟ ਤੇ ਛੱਡਣ ਆਏ ਤਾਂ ਉਹਨਾਂ ਨੇ ਆਪਣੀ ਭੈਣ ਨੂੰ ਫੋਨ ਕੀਤਾ ਕਿ ਚਲੋ ਬੱਚੀ ਨੂੰ ਵੀ ਮਿਲ ਲੈ ਲੇਕਿਨ ਉਹਨਾਂ ਦੀ ਭੈਣ ਦਾ ਫੋਨ ਬੰਦ ਸੀ ਤੇ ਫਿਰ ਉਹ ਬੱਚੀ ਨੇ ਵੀ ਫੋਨ ਕੀਤਾ ਤੇ ਫੋਨ ਨਾ ਮਿਲਿਆ ਕਿ ਉਹਨੇ ਕਿਹਾ ਮੈਂ ਆਪਣੀ ਖਾਲਾ ਨਾਲ ਗੱਲਾਂ ਕਰ ਲੈਂਦੀ ਆ ਜਾਂਦੇ ਆ ਲੇਕਿਨ ਉਹ ਫੋਨ ਨਾ ਮਿਲਿਆ ਸਾਰੇ ਫੋਨ ਬੰਦ ਸਨ ਉਹ ਬੱਚੀ ਨੇ ਫਿਰ ਡੀਐਸਪੀ ਨੂੰ ਫੋਨ ਕੀਤਾ ਤੇ ਡੀਐਸਪੀ ਨੇ ਅੱਗੋਂ ਕਿਹਾ ਕਿ ਮੈਨੂੰ ਫੋਨ ਕਿਉਂ ਕੀਤਾ ਇਹ ਉਹਨਾਂ ਦੀ ਸਾਲੀ ਦਾ ਕਹਿਣਾ ਤੇ ਫੋਨ ਕਿਉਂ ਕੀਤਾ ਤੂੰ ਇਹ ਫੋਨ ਬੰਦ ਕਰ ਜਿਨ੍ਹਾਂ ਤੋਂ ਉਹ ਬੱਚੀ ਜਿਹੜੀ ਉਹ ਪਰੇਸ਼ਾਨ ਹੋ ਗਈ ਬਾਹਰ ਉਹ ਬੱਚੀ ਬੈਰੂਨ ਮੁਲਕ ਚਲੀ ਗਈ ਤੇ ਇਹ ਜਿਹੜੀ ਸਾਲੀ ਦੀ ਵਾਲਦਾ ਹੈ ਨਾ ਯਾਨੀ ਇਹਨਾਂ ਦੀ ਮਿਸਿਸ ਦੀ ਵੀ ਵਾਲਦਾ ਹੈ ਉਹਨੂੰ ਪਰੇਸ਼ਾਨ ਹੋ ਗਈ ਤਾਂ ਉਹਨਾਂ ਨੇ ਕਿਹਾ ਕਿ ਮੈਂ ਆਪਣੀ ਬੱਚੀ ਨੂੰ ਮਿਲ ਕੇ ਜਾਣਾ ਤੇ ਇਸ ਵਾਸਤੇ ਉਹ ਕਿਹਾ ਇਹ ਜਾ ਰਿਹਾ ਹੈ ਕਿ ਉਹ ਉਹਨਾਂ ਨੇ ਕਾਫੀ ਦਫਾ ਬਾਅਦ ਵੀ ਕੋਸ਼ਿਸ਼ ਕੀਤੀ ਇਹਨਾਂ ਨੂੰ ਡੀਐਸਪੀ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਇਹਨਾਂ ਨੇ ਫੋਨ ਨਹੀਂ ਚੁੱਕਿਆ ਜਿਹਦੇ ਤੋਂ ਬਾਅਦ ਉਹ ਲਾਹੌਰ ਹਾਈ ਕੋਰਟ ਚਲੇ ਗਏ ਤੇ ਉਹਨਾਂ ਨੇ ਆਪਣੀ ਭੈਣ ਦੀ ਬਾਜ਼ਿਆਬੀ ਵਾਸਤੇ ਰਿਟ ਵੀ ਕਰ ਦਿੱਤੀ ਡੀਐਸਪੀ ਦੀ ਸਾਲੀ ਦਾ ਇਹ ਵੀ ਕਹਿਣਾ ਹੈ ਕਿ ਇਹ ਸਾਡੀ ਜਿਹੜੀ ਰਿਟ ਹੈ ਨਾ ਉਹਨੂੰ ਕਾਊਂਟਰ ਕਰਨ ਵਾਸਤੇ ਐਫਆਈਆਰ ਦਰਜ ਕਰਵਾਈ ਗਈ ਹੈ ਤਾਂ ਕਿ ਜਦੋਂ ਹਾਈ ਕੋਰਟ ਦੇ ਵਿੱਚ ਪੇਸ਼ੀ ਹੋਵੇ ਤੇ ਇਹ ਐਫਆਈਆਰ ਦਿਖਾ ਦਿੱਤੀ ਜਾਏ ਲੇਕਿਨ ਐਫਆਈਆਰ ਕਿਉਂਕਿ 20 ਦਿਨ ਡੀਐਸਪੀ ਸਾਹਿਬ ਦੀ ਜਿਹੜੀ ਸਾਲੀ ਹੈ ਤਹਮੀਨਾ ਸ਼ੌਕਤ ਉਹਨੇ ਮਜ਼ੀਦ ਵੀ ਇਲਜ਼ਾਮਾਤ ਲਗਾਏ ਉਹਨੇ ਕਿਹਾ ਕਿ ਸਾਨੂੰ ਡੀਐਸਪੀ ਸਾਹਿਬ ਜਿਹੜੇ ਨੇ ਇਹ ਹੁਣ ਸਾਨੂੰ ਧਮਕਾਉਂਦੇ ਵੀ ਨੇ ਤੇ ਕਹਿੰਦੇ ਤੇ ਜੇ ਤੁਸੀਂ ਜ਼ਿਆਦਾ ਬੋਲੇ ਤੇ ਤੁਹਾਡੇ ਵਾਸਤੇ ਮੈਂ ਫਿਰ ਸਖਤ ਐਕਸ਼ਨ ਵੀ ਕਰਵਾ ਸਕਦਾ ਤੇ ਜਿਹਦੀ ਬਾਤ ਤੋਂ ਉਹਨਾਂ ਨੇ ਕਿਹਾ ਕਿ ਵਜ਼ੀਰ ਆਲਾ ਪੰਜਾਬ ਮਰੀਮ ਨਵਾਜ਼ ਸਾਨੂੰ ਜਿਹੜਾ ਨਾ ਇਸ ਹਵਾਲੇ ਨਾਲ ਪ੍ਰੋਟੈਕਸ਼ਨ ਦੇ ਤੇ ਸਾਡੇ ਨਾਲ ਇਨਸਾਫ ਕਰਨ ਅੱਛਾ ਕਿਉਂਕਿ ਹੁਣ ਇਹ ਮਾਮਲਾ ਉਤਲੀ ਸਤਹ ਤੇ ਚਲਾ ਗਿਆ ਉਹਨਾਂ ਦੇ ਬਕੋਲ ਜਿਹੜੀ ਇਹਨਾਂ ਦੀ ਸਾਲੀ ਉਹਦੇ ਬਕੋਲ ਹੈ ਕਿਉਂਕਿ ਹਾਈ ਕੋਰਟ 'ਚ ਵੀ ਮਾਮਲਾ ਹੈ ਵਜ਼ੀਰ ਆਲਾ ਨੂੰ ਦਰਖਾਸਤ ਵੀ ਚਲੀ ਗਈ ਹੈ ਤੇ ਅਗਰ ਵਜ਼ੀਰ ਆਲਾ ਮਰੀਮ ਨਵਾਜ਼ ਨੇ ਆਈਜੀ ਪੰਜਾਬ ਕੋਲੋਂ ਇਹਦੇ ਹਵਾਲੇ ਨਾਲ ਰਿਪੋਰਟ ਮੰਗ ਲਈ ਤੇ ਫਿਰ ਆਈਜੀ ਪੰਜਾਬ ਲਾਜ਼ਮੀ ਗੱਲ ਹੈ ਕਿ ਸੀਸੀਪੀਓ ਤੇ ਡੀਆਈਜੀ ਇਨਵੈਸਟੀਗੇਸ਼ਨ ਨੂੰ ਵੀ ਕਹਿਣਗੇ ਤੇ ਇਸ ਟਾਈਮ ਜਿਹੜੇ ਡੀਆਈਜੀ ਇਨਵੈਸਟੀਗੇਸ਼ਨ ਨੇ ਜ਼ਿਸ਼ਾਨ ਰਜ਼ਾ ਸਾਹਿਬ ਉਹ ਤੇ ਬੜੇ ਹੀ ਕਾਬਲ ਅਫਸਰ ਨੇ ਉਹ ਤੇ ਇਹੋ ਜਿਹੇ ਮਾਮਲਾ ਨੂੰ ਫੌਰੀ ਤੌਰ ਤੇ ਕੰਗਾਲ ਲੈਂਦੇ ਨੇ ਤੇ ਉਹਨਾਂ ਦੇ ਨਾਲ ਜਿਹੜੇ ਐਸਐਸਪੀ
ਮੁਹੰਮਦ ਨਵੀਦ ਨੇ, ਉਹਨਾਂ ਨਾਲ ਸਾਡੀਆਂ ਬੜੀਆਂ ਮੁਲਾਕਾਤਾਂ ਨੇ, ਉਹਨਾਂ ਦਾ ਇੰਟਰਵਿਊ ਅਸੀਂ ਕੀਤਾ। ਕਈ ਐਸੇ ਕੇਸ ਨੇ ਜਿਹੜੇ ਉਹਨਾਂ ਨੇ ਮਿੰਟਾਂ 'ਚ ਤੇ ਚੰਦ ਘੰਟਿਆਂ 'ਚ ਹੀ ਹੱਲ ਕਰ ਲਿੱਤੇ। ਤੇ ਹੁਣ ਜਦੋਂ ਆਲਾ ਅਫਸਰਾਂ ਤੱਕ ਗੱਲ ਪਹੁੰਚ ਗਈ ਤੇ ਸਾਨੂੰ ਇਹੋ ਹੀ ਲੱਗ ਰਿਹਾ ਕਿ ਹੁਣ ਡੀਐਸਪੀ ਸਾਹਿਬ ਦਾ ਕੋਈ ਦਬਾਅ ਤੇ ਨਹੀਂ ਚੱਲੇਗਾ। ਹੁਣ ਤਫਤੀਸ਼ ਜਿਹੜੀ ਉਹ ਮੈਰਿਟ ਤੇ ਹੋਏਗੀ ਤੇ ਹੋਣਾ ਵੀ ਇਹੋ ਹੀ ਚਾਹੀਦਾ ਹੈ, ਮੈਰਿਟ ਤੇ ਤਫਤੀਸ਼ ਹੋਵੇ। ਔਰ ਦੇਖੋ ਡੀਐਸਪੀ ਸਾਹਿਬ ਦੀ ਅਹਿਲੀਆ ਤੇ ਬੇਟੀ ਅਗਰ ਬਾਜ਼ਿਆਬ ਹੋ ਜਾਂਦੇ ਨੇ ਤੇ ਇੱਥੇ ਬਹੁਤ ਅੱਛਾ ਹੈ। ਇਹ ਤੇ ਅਸੀਂ ਵੀ ਇਹੋ ਹੀ ਚਾਹੁੰਦੇ ਹਾਂ ਕਿ ਅੱਲਾ ਕਰੇ ਜਲਦ ਤੋਂ ਜਲਦ ਇਹਨਾਂ ਦੀ ਅਹਿਲੀਆ ਵੀ ਤੇ ਇਹਨਾਂ ਦੀ ਬੇਟੀ ਵੀ ਬਾਜ਼ਿਆਬ ਹੋ ਜਾਏ। ਲੇਕਿਨ ਅਗਰ ਇਹਨਾਂ ਦੀ ਸਾਲੀ ਦੇ ਬਕੋਲ ਅਗਰ ਇਹਨਾਂ ਦੀ ਅਹਿਲੀਆ ਦੇ ਨਾਲ ਕੋਈ ਮਿਸਹੈਪ ਹੋ ਗਿਆ ਤੇ ਉਹਦਾ ਵੀ ਇਨਵੈਸਟੀਗੇਸ਼ਨ ਪੁਲਿਸ ਦੇ ਆਲਾ ਅਫਸਰ ਜਿਹੜੇ ਨੇ ਉਹ ਸੁਰਾਗ ਨਿਕਾਲਣਗੇ। ਤੇ ਸਾਨੂੰ ਲੱਗਦਾ ਅਗਲੇ ਚੰਦ ਘੰਟਿਆਂ 'ਚ ਜਾਂ ਚੰਦ ਦਿਨਾਂ ਦੇ ਵਿੱਚ ਇਹ ਮਾਮਲਾ ਜਿਹੜਾ ਨਾ ਇਹ ਵਾਈਂਡ ਅਪ ਹੋ ਜਾਏਗਾ ਤੇ ਅਸਲ ਮਾਮਲਾ ਸਾਹਮਣੇ ਆ ਜਾਣਗੇ, ਕਿਉਂਕਿ ਹੁਣ ਆਲਾ ਸੱਤਾ ਦੀ ਗੱਲ ਪਹੁੰਚ ਗਈ ਹੈ ਤੇ ਹੁਣ ਜ਼ਿਆਦਾ ਟਾਈਮ ਨਹੀਂ ਲੱਗਣਾ। ਤੇ ਇਸ ਵਾਸਤੇ ਹੁਣ ਡੀਐਸਪੀ ਸਾਹਿਬ ਜਿਹੜੇ ਨੇ ਉਹਨਾਂ ਵਾਸਤੇ ਵਕਤੀ ਤੌਰ ਤੇ ਮੈਨੂੰ ਲੱਗਦਾ ਕਾਫੀ ਮੁਸ਼ਕਲ ਹਾਲਾਤ ਆ ਗਏ ਨੇ ਤੇ ਉਹਨਾਂ ਨੂੰ ਇਹ ਮੁਸ਼ਕਲ ਹਾਲਾਤ ਦੇ ਚੋਂ ਗੁਜ਼ਰਨਾ ਪਏਗਾ ਤੇ ਉਸ ਤੋਂ ਬਾਅਦ ਹੀ ਅਸਲ ਸੂਰਤ-ਏ-ਹਾਲ ਸਾਹਮਣੇ ਆਏਗੀ। ਅੱਛਾ ਗੋਇਆ ਇਸ ਕੇਸ ਦਾ ਕੀ ਬਣੇਗਾ, ਇਸ ਹਵਾਲੇ ਨਾਲ ਅਸੀਂ ਤੁਹਾਨੂੰ ਮਜ਼ੀਦ ਤਫਸੀਲਾਤ ਜਿਹੜੀ ਆਪਣੇ ਅਗਲੇ ਵੀਲੌਗ ਹੀ ਦਿਆਂਗੇ। ਤੇ ਉਸ ਵਕਤ ਤੱਕ ਆਪਣੇ ਮੇਜ਼ਬਾਨ ਇਜਾਜ਼ ਅਹਿਮਦ ਬੱਟ ਨੂੰ ਦਿਓ ਇਜਾਜ਼ਤ। ਰੱਬ ਰਾਖਾ।